ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਦਿਨ ਤੋਂ ਲਗਾਤਾਰ ਆਪਾਂ ਇਹ ਵਿਵਾਦਾਂ ਵਾਲੇ ਵੀਡੀਓਜ਼ ਮੈਂ ਸ਼ੇਅਰ ਕਰ ਰਿਹਾ, ਪਾ ਰਿਹਾ, ਪਰ ਪ੍ਰਸ਼ਾਸਨ ਦੇ, ਸਰਕਾਰ ਦੇ ਮੈਂ ਹੈਰਾਨ ਆ ਵੀ ਕੰਨ ਤੇ ਜੂੰ ਨਹੀਂ ਸਰਕ ਰਹੀ। ਅੱਜ ਇੱਕ ਨਵਾਂ ਵਿਵਾਦ ਖੜਾ ਹੋ ਗਿਆ, ਜਦ ਕਿ ਪਹਿਲਾਂ ਹਜੇ ਪਾਈਪਲਾਈਨ ਦੇ ਵਿੱਚ ਆ ਜਿਹੜਾ ਇਹਨਾਂ ਨੇ ਤਾਜਪੋਸ਼ੀ ਤੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੀ ਬੇਤਾਸ਼ਾ ਇਕੱਠ ਕਰਕੇ ਕਾਨੂੰਨ ਦੀਆਂ, ਕੈਪਟਨ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਤੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਪ੍ਰੈਸ ਦੇ ਪੂਰਾ ਮੁੱਦਾ ਚੱਕਣ ਤੋਂ ਬਾਅਦ ਇਹਨਾਂ ਨੇ ਇੱਕ ਫਾਰਮੈਲਿਟੀ ਦੇ ਤੌਰ ਤੇ ਇੱਕ ਬੰਦੇ ਦੇ ਇਹਨਾਂ ਨੇ ਪਰਚਾ ਦਰਜ ਕਰਤਾ, ਅਣਪਛਾਤੇ ਤੇ ਉਹ ਵੀ। ਔਰ ਮੈਂ ਹੈਰਾਨ ਆ ਕਿ ਇਹ ਐਮਐਲਏ ਸਾਹਿਬ ਨੂੰ ਕੋਈ ਜਾਣਦਾ ਹੀ ਨਹੀਂ। ਇੱਥੋਂ ਦੇ ਐਮਐਲਏ ਆ 1.5 ਲੱਖ ਆਪਣਾ ਬੰਦੇ ਦੇ। ਅੱਜ ਇਹਨਾਂ ਨੇ ਸ਼੍ਰੀ ਮਾਨ ਜੀ ਨੇ ਕੀ ਕੀਤਾ, ਐਮਐਲਏ ਸਾਹਿਬ ਨੇ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਆ, ਆਪਣੇ ਵਕੀਲ ਸਾਹਿਬ ਆ ਵਿਕਾਸ ਲੂਥਰਾ ਜੀ, ਉਹਨਾਂ ਨੇ ਜੀ ਇੱਕ ਰਜਿਸਟਰੀ ਉਹਨਾਂ ਨੇ ਕਰਵਾਈ ਤੇ ਉਹਦੇ ਤਹਿਤ ਕਹਿੰਦੇ ਜੀ ਇਹਨਾਂ ਤੇ ਅਗੇਂਸਟ ਪਰਚਾ ਦਰਜ ਕਰੋ। ਕਿੱਥੋਂ ਸਟਾਰਟ ਹੋਇਆ ਮੁੱਦਾ ਕਿ ਲੂਥਰਾ ਸਾਹਿਬ ਜਿਹੜੇ ਮੁਹੱਲੇ ਦੇ ਵਿੱਚ ਰਹਿੰਦੇ ਆ, ਜਿਹੜੀ ਗਲੀ ਦੇ ਵਿੱਚ ਰਹਿੰਦੇ ਆ, ਉਸ ਗਲੀ ਦੇ ਵਿੱਚ ਐਮਐਲਏ ਸਾਹਿਬ ਕਿਤੇ ਪਿੱਛੇ ਜੇ ਗਏ ਹੋਣੇ ਆ, ਉੱਥੇ ਕੋਈ ਇੰਟਰਲੌਕ ਟਾਇਲਸ ਵਗੈਰਾ ਲਾ ਰਹੇ ਸੀ ਤੇ ਇਹਨਾਂ ਨੇ ਸਾਰੀ ਗਲੀ ਵਾਲਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ, ਵਿਕਾਸ ਜੀ ਨੂੰ ਕਿਹਾ ਵੀ ਤੁਸੀਂ ਐਮਐਲਏ ਸਾਹਿਬ ਨੂੰ ਕਹੋ ਵੀ ਗਲੀਆਂ ਦੀ ਸਾਨੂੰ ਲਿਪਾ ਪੋਚੀ ਦੀ ਜ਼ਰੂਰਤ ਨਹੀਂ, ਸਭ ਤੋਂ ਪਹਿਲਾਂ ਸਾਡਾ ਸੀਵਰੇਜ ਦਾ ਇੰਤਜ਼ਾਮ ਕਰੋ। ਸਾਡੇ ਕੋਲੇ ਪੀਣ ਵਾਲਾ ਪਾਣੀ ਨਹੀਂ ਆ ਰਿਹਾ, ਸਾਡਾ ਕੋਈ ਨਿਕਾਸ ਨਹੀਂ ਹੋ ਰਿਹਾ, ਪਾਣੀ ਸਾਡਾ ਅੰਦਰਲਾ ਬਾਹਰ ਨਹੀਂ ਜਾ ਰਿਹਾ, ਤੁਸੀਂ ਉੱਤੋਂ ਲਿਪਾ ਪੋਚੀ ਕਰੀ ਜਾਂਦੇ ਹੋ, ਥੱਲੇ ਸਾਡਾ ਬੁਰਾ ਹਾਲ ਹੋਈ ਜਾਂਦਾ। ਤੇ ਇਹਨਾਂ ਨੇ ਇਹ ਐਮਐਲਏ ਸਾਹਿਬ ਨੂੰ ਕੁਐਸਚਨ ਪੁੱਟ ਕਰ ਲਿਆ ਤੇ ਐਮਐਲਏ ਸਾਹਿਬ ਉਸ ਗੱਲ ਤੇ ਥੋੜਾ ਜਿਹਾ ਵੱਟ ਖਾ ਗਏ, ਕਿਉਂਕਿ ਕਦੇ ਵੀ ਕਿਸੇ ਦੀ ਇਹ ਕੁਐਸਚਨਿੰਗ ਬਰਦਾਸ਼ਤ ਨਹੀਂ ਕਰਦੇ ਐਮਐਲਏ ਸਾਹਿਬ, ਕਿਉਂਕਿ ਬੜੇ ਵੱਡੇ ਲੀਡਰ ਆ। ਇਹਨਾਂ ਨੇ ਜੀ ਉਹ ਆਪਦੇ ਗੱਲ ਰੱਖੀ ਮਨ ਦੇ ਵਿੱਚ, ਆਪਦਾ ਬੰਦਾ ਤਿਆਰ ਕੀਤਾ ਇੱਕ ਰਜਿਸਟਰੀ ਵਾਸਤੇ, ਉਹਨਾਂ ਨੂੰ ਲੂਥਰਾ ਸਾਹਿਬ ਕੋਲੇ ਭੇਜਿਆ। ਲੂਥਰਾ ਸਾਹਿਬ ਨੇ ਆਪਦੀ ਫੀਸ ਲੈ ਕੇ, ਵਕੀਲ ਸਾਹਿਬ ਦਾ ਕੰਮ ਹੁੰਦਾ ਆਪਦੇ ਡਾਕੂਮੈਂਟਸ ਤਿਆਰ ਕਰਕੇ ਤਹਿਸੀਲਦਾਰ ਸਾਹਿਬ ਕੋਲੇ ਪਹੁੰਚਾਉਣੇ। ਉਸ ਤੋਂ ਨਾਲ ਐਫੀਡੈਵਿਟ ਲੈ ਕੇ ਇਹਨਾਂ ਨੇ ਇਹ ਦਾਇਰ ਕਰਤਾ ਉਸ ਬੰਦੇ ਤੋਂ ਕਿ ਵਕੀਲ ਸਾਹਿਬ ਨੇ ਜੀ ਪੈਸੇ ਲੈ ਕੇ ਸਾਥੋਂ ਰਜਿਸਟਰੀ ਕਰਾਉਣ ਦੇ ਪੈਸੇ ਲਏ ਆ, ਨਾ ਕਿ ਫੀਸ ਲਈ ਆ। ਔਰ ਇਹ ਇਨਕੁਆਇਰੀ ਇਹਦੀ ਐਸਡੀਐਮ ਸਾਹਿਬ ਨੇ ਡੀਐਸਪੀ ਸਾਹਿਬ ਕੋਲੇ ਲਾਤੀ ਤੇ ਜਦੋਂ ਬਾਰ ਐਸੋਸੀਏਸ਼ਨ ਨੂੰ ਸਾਰੇ ਨੂੰ ਪਤਾ ਲੱਗਿਆ ਤੇ ਬਾਰ ਐਸੋਸੀਏਸ਼ਨ ਜਾ ਕੇ ਐਸਡੀਐਮ ਸਾਹਿਬ ਨੂੰ ਮਿਲੀ ਤੇ ਐਸਡੀਐਮ ਸਾਹਿਬ ਦਾ ਜਵਾਬ ਇਹ ਸੀ ਕਿ ਮੈਨੂੰ ਤਾਂ ਜੀ ਐਮਐਲਏ ਸਾਹਿਬ ਦਾ ਫੋਨ ਆਇਆ ਸੀ ਵੀ ਇਹਦੀ ਇਨਕੁਆਇਰੀ ਕਰੋ ਤੇ ਮੈਂ ਡੀਐਸਪੀ ਸਾਹਿਬ ਨੂੰ ਇਨਕੁਆਇਰੀ ਮਾਰ ਕਰਤੀ, ਜਦ ਕਿ ਉਹਨਾਂ ਦਾ ਆਪਦਾ ਉਸ ਡਿਪਾਰਟਮੈਂਟ ਦਾ, ਉਸ ਮਹਿਕਮੇ ਦਾ ਮਸਲਾ ਸੀ, ਉਹਨਾਂ ਨੂੰ ਆਪ ਇਹ ਗੱਲ ਕਰਨੀ ਚਾਹੀਦੀ ਸੀ। ਡੀਐਸਪੀ ਸਾਹਿਬ ਨੂੰ ਸਾਰੀ ਬਾਰ ਐਸੋਸੀਏਸ਼ਨ ਜਾ ਕੇ ਮਿਲੀ ਤਾਂ ਡੀਐਸਪੀ ਸਾਹਿਬ ਕਹਿੰਦੇ ਜੀ ਗੱਲ ਸੁਣ ਲਓ ਇੱਕ ਮਿੱਤਰੋ, ਮੈਂ ਨਹੀਂ ਜਾਣਦਾ ਇਹਨੇ ਕੀ ਕੀਤਾ ਕੀ ਨਹੀਂ ਕੀਤਾ। ਗੱਲਾਂ ਦੋ ਆ, ਜਾਂ ਤਾਂ ਐਸਡੀਐਮ ਨੇ ਜਿਹੜੀ ਇਨਕੁਆਇਰੀ ਮਾਰ ਕੀਤੀ ਆ ਇਹਦੇ ਅਗੇਂਸਟ ਮੈਨੂੰ ਇੱਕ ਐਫੀਡੈਵਿਟ ਤੁਹਾਡਾ ਵਕੀਲ ਦੇ ਦੇ ਕਿ ਮੈਂ ਪੈਸਾ ਲਿਆ ਸੀ ਜੀ ਮੈਡਮ ਤਹਿਸੀਲਦਾਰ ਚਰਨਜੀਤ ਕੌਰ ਨੂੰ ਦੇਣ ਵਾਸਤੇ, ਸਿੱਧੀ ਪੱਧਰੀ ਗੱਲ ਆ, ਤੇ ਮੈਂ ਉਹਦਾ ਨਾਂ ਵੀ ਵਿੱਚ ਪਾ ਦੂੰਗਾ ਤੇ ਤੁਹਾਡੇ ਤੇ ਥੋੜਾ ਜਿਹਾ ਕਰ ਦੂੰਗਾ ਕੰਮ ਢਿੱਲਾ, ਤੇ ਜਾਂ ਰਾਜੇ ਵੜਿੰਗ ਨਾਲ ਐਮਐਲਏ ਨਾਲ ਗੱਲ ਕਰ ਲਓ ਤੇ ਮੈਂ ਨਾਂ ਵਿੱਚੋਂ ਤੁਹਾਡਾ ਫੇਰ ਪਰਚਾ ਹਟੂਗਾ। 1 ਘੰਟੇ ਦਾ ਤੁਹਾਨੂੰ ਟਾਈਮ ਦੇਤਾ, ਦੋਨੇ ਕੰਮਾਂ 'ਚੋਂ ਕੋਈ ਕਰ ਲਓ ਤੇ ਤੁਹਾਨੂੰ ਮੈਂ ਇਸ ਪਰਚੇ ਤੋਂ ਬਖਸ਼ ਦੂੰਗਾ, ਤੇ ਨਹੀਂ ਪਰਚਾ 1 ਘੰਟੇ ਨੂੰ ਮੈਥੋਂ ਦਰਜ ਕੀਤਾ ਲੈ ਲਿਓ। ਸਾਰੀ ਬਾਰ ਐਸੋਸੀਏਸ਼ਨ ਨੂੰ ਉਹਨਾਂ ਨੇ ਜੀ ਇਹ ਕਹਿ ਕੇ ਵਾਪਸ ਮੋੜਤਾ। ਹੁਣ ਤਹਿਸੀਲਦਾਰ ਸਾਹਿਬ ਵਾਲੇ ਕੀ ਗੱਲ ਆ, ਉਹਨਾਂ ਨੂੰ ਵੰਗਾਰ ਪਾਈ ਸੀ ਐਮਐਲਏ ਸਾਹਿਬ ਨੇ, ਜੋ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ। ਆਪਦੀ ਮੈਡਮ ਵਾਸਤੇ ਜਿਹੜਾ ਇਹਨਾਂ ਦਾ ਆਸਰਾ ਫਾਊਂਡੇਸ਼ਨ ਇਹਨਾਂ ਨੇ ਚਲਾਇਆ, ਰੋਜ਼ ਫੇਸਬੁੱਕ ਤੇ ਮੈਡਮ ਲਾਈਵ ਹੁੰਦੇ ਸੀ ਵੀ ਇੰਨਾ ਰਾਸ਼ਨ ਵੰਡਤਾ, ਇੰਨਾ ਰਾਸ਼ਨ ਵੰਡਤਾ। ਉਹ ਸਾਰਾ ਅਫਸਰਾਂ ਤੋਂ ਉਹਨਾਂ ਨੂੰ ਵੰਗਾਰ ਪਾ ਕੇ ਇਹ ਰਾਸ਼ਨ ਲਿਆ ਗਿਆ ਸੀ ਤੇ ਉਹ ਮੈਡਮ ਉੱਥੇ ਬਿਮਾਰ ਹੋਣ ਕਰਕੇ ਥੋੜ੍ਹੇ ਜਿਹੇ ਢਿੱਲੇ ਰਹਿੰਦੇ ਆ ਏਜ ਕਰਕੇ, ਤੇ ਉਹਨਾਂ ਨੇ ਉਹਨਾਂ ਨੂੰ ਜਵਾਬ ਦੇਤਾ, ਉਹਨਾਂ ਦੀ ਵੰਗਾਰ ਪੂਰੀ ਨਹੀਂ ਕਰ ਸਕੇ। ਤੇ ਐਮਐਲਏ ਸਾਹਿਬ ਨੇ ਸੋਚਿਆ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਲਈਏ, ਵਿੱਚੇ ਵਕੀਲ ਵਲੇਟ ਲਾਂਗੇ, ਵਿੱਚੇ ਮੈਡਮ ਵਲੇਟ ਦਾਂਗੇ, ਦੋਨੇ ਤੇ ਆਪਾਂ ਪਰਚਾ ਦਰਜ ਕਰ ਦਾਂਗੇ। ਅਸਲ ਗੱਲ ਇਹ ਹੋਈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਮਐਲਏ ਸਾਹਿਬ
ਤੁਹਾਨੂੰ ਇਹ ਇਸ ਗੱਲ ਦਾ ਤੁਹਾਨੂੰ ਮੂੰਹ ਪੈ ਗਿਆ, ਇਸ ਗੱਲ ਦਾ ਤੁਹਾਨੂੰ ਮੂੰਹ ਪੈ ਗਿਆ। ਪਹਿਲਾਂ ਤੁਸੀਂ ਸਾਡਾ ਇੱਕ MCC ਬਿੱਟੂ, ਉਹਨੇ ਤੁਹਾਨੂੰ ਇਹ ਕੁਐਸਚਨ ਕੀਤਾ ਸੀ ਕਿ ਸਾਡੀ ਗਲੀਆਂ ਦਾ ਕੰਮ ਸਰਦਾਰ ਜੀ ਕਦੋਂ ਸ਼ੁਰੂ ਹੋਊਗਾ? ਅਕਾਲੀ ਦਲ ਵੇਲੇ ਇੰਨੀਆਂ ਗਲੀਆਂ ਬਣ ਗਈਆਂ ਸੀ, ਤੁਸੀਂ ਇੱਕ ਵੀ ਨਹੀਂ ਬਣਵਾਈ। ਤੇ MLA ਸਾਹਿਬ ਨੇ ਉਹਦੇ ਤੇ ਪਰਚਾ ਕਰਾਤਾ, ਉਹਨੂੰ ਅੰਦਰ ਦਵਾਤਾ, ਤੇ ਉਹ ਬੜੀ ਮੁਸ਼ਕਲ ਨਾਲ ਵਿਚਾਰਾ ਆਪਦਾ ਹੱਥ ਪੱਲਾ ਛੜਾ ਕੇ ਉਹਨੇ ਖੇੜਾ ਛਡਾਇਆ। ਅਗਲੀ ਗੱਲ, ਤੁਹਾਤੋਂ ਮੇਰੇ ਪ੍ਰੈਸ ਵਾਲੇ ਭਾਈਚਾਰੇ ਨੇ ਤੁਹਾਡੇ ਤੇ ਕੁਐਸਚਨ ਪੁੱਟ ਅਪ ਕੀਤਾ ਕਿ ਸਰ ਜਿਹੜੇ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ, ਬੱਚੇ ਨੌਕਰੀਆਂ ਲਵਾਉਣ ਦੇ, ਟੈਲੀਫੋਨ ਦੇਣ ਦੇ, ਘਰ ਘਰ ਆਪਣਾ ਕਰਜ਼ਾ ਮਾਫ ਕਰਨ ਦਾ ਹਰੇਕ ਜ਼ਿਮੀਂਦਾਰ ਦਾ, ਵੀ ਉਹਨਾਂ ਵਾਅਦਿਆਂ ਦਾ ਕੀ ਹੋਇਆ? ਤੁਸੀਂ ਹੋਰ ਹੀ ਗੱਲਾਂ ਬਾਤਾਂ ਕਰਦੇ ਹੋ। ਤੇ ਉਹ ਪ੍ਰੈਸ ਵਾਲਿਆਂ ਨੂੰ ਵੀ ਦੋਨਾਂ ਨੂੰ ਧਮਕੀਆਂ ਆਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਬੰਦੇ ਦੇ ਪੁੱਤ ਬਣ ਜਾਓ, ਜੇ ਦੁਬਾਰਾ MLA ਸਾਹਿਬ ਨੂੰ ਇਹੋ ਜਿਹਾ ਕੋਈ ਵਾਹਿਯਾਤ ਕੁਐਸਚਨ ਕੀਤਾ ਤਾਂ ਤੁਹਾਡੇ ਤੇ ਵੀ ਪਰਚੇ ਦਰਜ ਹੋਣਗੇ। ਉਹਨਾਂ ਨੂੰ ਵੀ ਚੁੱਪ ਕਰਾਤਾ। ਤੇ 75% ਪ੍ਰੈਸ ਗਿੱਦੜਵੇ ਦੀ ਅੱਜ MLA ਸਾਹਿਬ ਦਾ ਬਾਈਕਾਟ ਕਰੀ ਬੈਠੀ ਆ। ਉਹ ਇਹਨਾਂ ਕੋਲੇ ਜਾਂਦੀ ਨਹੀਂ, ਇਹ ਜੋ ਮਰਜ਼ੀ ਪ੍ਰੋਗਰਾਮ ਕਰ ਲੈਣ, ਸਿਰਫ 25% ਜਾਂਦੇ ਆ। ਅੱਜ ਤਾਂ ਜਮਾਂ ਹੱਦ ਹੀ ਲਾਤੀ ਜਦੋਂ ਸਾਰੇ ਵਕੀਲ ਭਾਈਚਾਰੇ ਨੂੰ ਇਹਨਾਂ ਨੇ ਜਵਾਬ ਦੇਤਾ। ਤੇ ਅੱਜ ਆ ਮੇਰੇ ਕੋਲੇ ਇੱਕ ਪੂਰੇ ਦਾ ਪੂਰਾ ਵਕੀਲ ਭਾਈਚਾਰੇ ਨੇ ਮਤਾ ਪਾਇਆ, ਦੇਖ ਲਓ, ਬਾਰ ਐਸੋਸੀਏਸ਼ਨ ਗਿੱਦੜਵਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ, ਆ ਪੂਰਾ ਐਸੋਸੀਏਸ਼ਨ ਨੇ ਇਹ ਇੱਕ ਮਤਾ ਪਾਇਆ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਲਿਖਿਆ ਹੋਇਆ ਵੀ ਅੱਜ ਤੋਂ ਬਾਅਦ ਅਸੀਂ ਨਾ ਅਮਰਿੰਦਰ ਸਿੰਘ ਦੇ MLA ਦੇ ਇਕੱਠ ਦੇ ਵਿੱਚ ਜਾਈਏ, ਉਹਦਾ ਸਟ੍ਰਿਕਟਲੀ ਬਾਈਕਾਟ ਕਰਦੇ ਹਾਂ। ਸਾਡੇ SDM ਓਮ ਪ੍ਰਕਾਸ਼ ਜੀ, ਉਹਨਾਂ ਦਾ ਬਾਈਕਾਟ ਕਰਦੇ ਹਾਂ। ਤੇ ਖਾਸ ਕਰਕੇ ਸਰਦਾਰ ਗੁਰਤੇਜ ਸਿੰਘ DSP ਸਾਹਿਬ ਜਿਨ੍ਹਾਂ ਨੇ ਬੜੀ ਅੱਗ ਮਚਾਈ ਵੀ ਆ, ਉਹਨਾਂ ਦਾ ਬਾਈਕਾਟ ਕਰਦੇ ਹਾਂ। ਤਿੰਨਾਂ ਦਾ ਬਾਈਕਾਟ ਪੂਰੀ ਬਾਰ ਐਸੋਸੀਏਸ਼ਨ ਨੇ ਕੀਤਾ ਔਰ ਇਹ ਸਾਨੂੰ ਕਾਪੀ ਸਾਡੇ ਪ੍ਰਧਾਨ ਸਾਹਿਬ ਨੇ ਦਿੱਤੀ। ਹੁਣ ਤੁਸੀਂ ਇਹ ਦੇਖੋ ਵੀ ਇੰਨੇ ਧੱਕੇ ਹੋਣ ਦੇ ਬਾਵਜੂਦ ਮੈਂ ਇਸ ਗੱਲ ਤੇ ਹੈਰਾਨ ਆ ਵੀ ਸਰਕਾਰ ਕਿੱਥੇ ਸੁੱਤੀ ਪਈ ਆ, ਕਿਉਂ ਨਹੀਂ ਜਾਗਦੀ? ਇਹਨੂੰ ਕਿਉਂ ਇੰਨੀ ਢਿੱਲ ਦੇ ਰੱਖੀ ਆ ਵੀ ਹਰੇਕ ਬੰਦੇ ਨੂੰ ਇਹ ਕਦੇ ਕਿਸੇ ਤੇ ਪਰਚਾ, ਕਦੇ ਕਿਸੇ ਤੇ ਕੋਈ ਐਲੀਗੇਸ਼ਨ, ਕਦੇ ਕਿਸੇ ਤੇ ਜੋ ਮਾਣਾਈਆਂ ਉਹ ਕਰਦਾ। ਮੇਰੀ ਬੇਨਤੀ ਆ, ਅੱਜ ਮੈਂ ਸਖਤ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ, ਮੇਰੀ ਗੱਲ ਪ੍ਰਧਾਨ ਸਾਹਿਬ ਨਾਲ ਵੀ ਹੋ ਗਈ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨਾਲ, ਉਹਨਾਂ ਨੂੰ ਵੀ ਮੈਂ ਸਾਰੀ ਇਹ ਸਟੋਰੀ ਬਾਰ ਐਸੋਸੀਏਸ਼ਨ ਦੀ ਦੱਸੀ। ਉਹਨਾਂ ਨੇ ਮੈਨੂੰ ਕਹਿਤਾ, ਕਹਿੰਦੇ ਅਸੀਂ ਡਿੰਪੀ ਪੂਰਾ ਸ਼੍ਰੋਮਣੀ ਅਕਾਲੀ ਦਲ, ਪੂਰੇ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਆ, ਜੋ ਤੁਹਾਨੂੰ ਚੰਗਾ ਲੱਗਦਾ ਬਾਰ ਐਸੋਸੀਏਸ਼ਨ ਦੇ ਨਾਲ ਖੜੋ, ਠੋਕ ਕੇ ਇਹਨਾਂ ਦਾ ਸਾਥ ਦਿਓ।